जी अस्सलाम वालेकुम। वालेकुम सलाम। चौधरी साहब पहले तो अपना नाम दस्यो जी। मोहम्मद तारक। ये जी चौधरी मोहम्मद तारक साहब साढ़े लंबड़दार ने रसूलपुर जट्टां तो ਇਹ ਬਣਾ ਰਹੇ ਸਾਇਲਜ ਤੇ ਮੈਂ ਕਿਹਾ ਇਹਨਾਂ ਨੂੰ ਸਾਇਲਜ ਦੇ ਬਾਰੇ ਪੁੱਛੀਏ। ਇਹ ਸਾਇਲਜ ਬਣਾਉਣ ਵਾਸਤੇ ਮਕਈ ਜਿਹੜੀ ਆ ਤੁਸੀਂ ਬੀਜੀ ਆ, ਇਹ ਕਿਸ ਤਰ੍ਹਾਂ ਦੀ ਮਕਈ ਹੋਵੇ ਜਿਸ ਵੇਲੇ ਸਾਇਲਜ ਬਣਦਾ ਜੀ? बीज का पूछते हैं कि हाँ जी बीज का जी। बीज जितना अच्छा बीज होएगा छली वड्डी होगी, अच्छा उतनी गजाइत ज़्यादा होगी, ताकत ज़्यादा होगी। अच्छा जी। ਤੇ ਇਹ ਕੇਸ 72 ਚ ਹੋਵੇ ਜਦੋਂ ਵੱਢਣੀ ਹੁੰਦੀ ਆ? ਇਹ 17 ਦਿਨਾਂ ਦੀ 70-75 ਪਾਸੇ ਜਿੰਨੇ ਦਿਨਾਂ ਦੀ 70-75 ਦਿਨ ਬੀਜਣ ਤੋਂ ਬਾਅਦ ਬੀਜਣ ਤੋਂ ਬਾਅਦ ਤੇ ਵੱਢ ਲਓ। ਤੇ ਇੱਕ ਪੈਲੀ ਦੇ ਵਿੱਚੋਂ ਕਿੰਨੀ ਕੁ ਨਿਕਲ ਆਂਦੀ ਹੈ ਜੀ? ਆ ਸਾਡੀ ਤਾਂ ਥੋੜੀ ਨਿਕਲੀ, ਵੈਸੇ 500 ਮਣ ਤਾਂ ਆਮ 500 ਮਣ ਨਿਕਲ ਆਂਦੀ ਆ। ਇਹ ਜੀ ਤੁਹਾਡੀ ਥੋੜੀ ਤਾਂ ਨਿਕਲੀ, ਗਰਮੀ ਬਹੁਤ ਜ਼ਿਆਦਾ ਸੀ, ਗਰਮੀ ਦੀ ਵਜ੍ਹਾ ਤੋਂ ਨਿਕਲੀ ਆ। ਤੇ ਤੁਸੀਂ ਸਾਇਲਜ ਕਿਉਂ ਬਣਾਉਣ ਲੱਗੇ? ਇਹਦਾ ਕੋਈ ਫਾਇਦਾ ਆ ਜਾਂ ਕੋਈ ਸੌਖਾ ਕੰਮ ਆ? ਫਾਇਦਾ ਤਾਂ ਬਹੁਤ ਆ, ਜੇ ਕੋਈ ਫਾਇਦਾ ਲਵੇ ਤਾਂ। ਹਾਂਜੀ ਸਾਡੇ ਕੋਲ ਤਾਂ ਪੂਰੇ ਨਹੀਂ ਆ ਹੁੰਦਾ, ਤੁਹਾਨੂੰ ਪਤਾ ਹੀ ਆ। ਹਾਂਜੀ ਬੰਦਾ ਹੈ, ਲੇਬਰ ਦਾ ਮਸਲਾ, ਕਾਮਿਆਂ ਦਾ ਮਸਲਾ। ਅੱਛਾ ਇਹ ਇੱਕ ਤੇ ਹੋ ਗਿਆ ਨਾ ਜੀ, ਕਾਮਿਆਂ ਦਾ ਮਸਲਾ ਹੱਲ ਹੋ ਜਾਂਦਾ, ਉੱਥੋਂ ਚੁੱਕਿਆ ਤੇ ਪਾਤਾ, ਪੱਠੇ ਨਹੀਂ ਵੱਢਣੇ ਪੈਂਦੇ। ਇਹਦੇ ਤੋਂ ਇਲਾਵਾ ਆਮ ਪੱਠੇ ਤੇ ਇਹਦੇ ਵਿੱਚ ਕੋਈ ਫਰਕ ਵੀ ਆ? ਜ਼ਮੀਨ ਅਸਮਾਨ ਦਾ। ਇਹਨੂੰ ਤੁਸੀਂ ਮੱਝਾਂ ਨੂੰ ਪਾ ਕੇ ਤੇ ਪਹਿਲੇ ਦਿਨ ਨਾਲ ਦੁੱਗਣਾ ਦੁੱਧ ਹੋ ਜਾਂਦਾ ਅੱਗੇ। ਅੱਛਾ ਜੀ। ਇਹਨਾਂ ਨੂੰ ਇੰਨਾ ਇਹਦੇ ਵਿੱਚ ਦਾਣਾ ਆ, ਹਾਂਜੀ ਦੁੱਗਣਾ ਦੁੱਧ ਪਹਿਲੇ ਦਿਨ ਤੁਹਾਡੇ ਮੱਝਾਂ ਦਾ ਹੋਊਗਾ। ਠੀਕ ਆ ਜੀ। ਬਹੁਤ ਜ਼ਿਆਦਾ ਫਰਕ ਹੈ, ਥੋੜਾ ਜਿਹਾ ਨਹੀਂ, ਬਹੁਤ ਜ਼ਿਆਦਾ ਫਰਕ। ਉਹਦੇ ਵਿੱਚ ਕੀ ਹੁੰਦਾ, ਆਮ ਪੱਠੇ 'ਚ ਗਦਾਇਤ ਕਿਹੜੀ ਹੁੰਦੀ? ਹਾਂਜੀ ਉਹਦੇ ਵਿੱਚ ਸਿਰਫ ਪੱਠਾ ਹੀ ਹੁੰਦਾ, ਇਹ 'ਚ ਦਾਣਾ ਵੀ ਹੋ ਜਾਂਦਾ। ਬਹੁਤ ਜ਼ਿਆਦਾ ਗਦਾਇਤ। ਤੇ ਵੰਡਾ ਫਿਰ ਪਾਣ ਦੀ ਜ਼ਰੂਰਤ ਮੁੱਕ ਜਾਂਦੀ ਆ? ਮੇਰਾ ਤਾਂ ਖਿਆਲ ਨਹੀਂ, ਜੇ ਥੋੜਾ ਬਹੁਤਾ ਪਾਉਣਾ ਤਾਂ ਪਾ ਲਓ, ਥੋੜਾ ਬਹੁਤ ਆਪਣੀ ਮਰਜ਼ੀ ਨਾਲ ਹੀ ਪਾਣਾ। ਠੀਕ ਹੈ ਜੀ। ਅੱਛਾ ਇਹ ਜਿਹੜਾ ਤੁਸੀਂ ਸਾਇਲਜ ਤੁਸੀਂ ਤਾਂ ਧੜ ਮੰਗੋ ਇੱਥੇ ਖੇਤਾਂ ਦੇ ਵਿੱਚ ਹੀ ਬਣਾ ਦੇਣ ਲੱਗੇ ਆ। ਆਹੋ, ਇਹ ਥੱਲੇ ਛਾਪਰ ਪਾਇਆ ਤੇ ਉੱਪਰ ਹੁਣ ਇਹਦੇ ਕੀ ਕੀ ਕਰਨਾ? ਛਾਪਰ ਪਾ ਕੇ ਮਿੱਟੀ ਪਾ ਦੇਣੀ। ਉੱਤੇ ਲਤਾੜਨਾ ਵੀ ਹੈ ਇਹਨੂੰ? ਸਾੜਾ ਜਿਹੜਾ ਉਹ ਟਰੈਕਟਰ ਖੜਾ ਉਹ ਟਰੈਕਟਰ ਖੜਾ ਸੜਕ ਦੇ ਉੱਤੇ ਉਹ ਨਜ਼ਰ ਆ ਰਿਹਾ। ਠੀਕ ਆ ਜੀ। ਅੱਛਾ ਜੀ, ਉਹਨਾਂ ਲਤਾੜ ਕੇ ਤੇ ਉੱਤੇ ਮਿੱਟੀ ਪਾ ਦੇਣੀ ਆ। ਇਹਦੇ ਤੋਂ ਇਲਾਵਾ ਕੀ ਕਰਨਾ? ਬਸ ਮੇਰੇ ਨੂੰ ਜਦੋਂ ਇਹ ਮੈਚੁਰ ਹੋ ਜਾਊਗਾ 22 ਦਿਨ ਲੱਗਦੇ ਆ। 22 ਦਿਨ ਫਿਰ ਇਹਨੂੰ ਇਸਤੇਮਾਲ ਕਰੋ। ਫਿਰ ਇਸਤੇਮਾਲ ਕਰੀ ਜਾਓ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅੱਛਾ ਤੁਸੀਂ ਮਸ਼ੀਨ ਲੈ ਆਏ ਆ, ਮੈਂ ਇਸ ਇਲਾਕੇ ਦੇ ਵਿੱਚ ਪਹਿਲੀ ਮਸ਼ੀਨ ਦੇਖੀ ਆ ਤੇ ਮੌਜ ਹੋ ਗਈ। ਤੇ ਮੈਂ ਉਮੀਦ ਕਰਦਾ ਤੁਸੀਂ ਆਪਣੇ ਤੋਂ ਇਲਾਵਾ ਦੂਸਰਿਆਂ ਕਾਸ਼ਤਕਾਰਾਂ ਦਾ ਵੀ ਫਾਇਦਾ ਕਰੋਗੇ। ਬਹੁਤ ਸ਼ੁਕਰੀਆ ਜੀ। ਅਸਲਾਮ ਵਾਲੇਕੁਮ। ਜੀ ਸਾਇਲਜ ਬਣਾਉਣਾ ਵੀ ਕੋਈ ਏਡਾ ਔਖਾ ਕੰਮ ਨਹੀਂ ਰਹਿ ਗਿਆ। ਥੱਲੇ ਪੋਲੀਥੀਨ ਪਾ ਲਿਆ, ਮਸ਼ੀਨ ਉਹਦੇ ਨਾਲ ਕੁਤਰੀ ਜਾਂਦੇ, ਬੰਦਾ ਨਾਲੋਂ ਨਾਲ ਲਤਾੜੀ ਜਾਂਦਾ। ਲਓ ਜਨਾਬ, ਐਡਾ ਕੰਮ ਇਹ ਔਖਾ ਨਹੀਂ। ਜਿਹੜਾ ਹੋਆ ਬਣਿਆ ਸੀ ਕਿ ਪਤਾ ਨਹੀਂ ਇਹ ਕਿੱਦਾਂ ਸਾਇਲਜ ਬਣਾਈ ਦਾ, ਖਰਾਬ ਹੋ ਜਾਂਦਾ। ਉਹ ਉਹਨਾਂ ਨੇ ਢੇਰ ਲਾਇਆ, ਉਹਦੇ ਉੱਤੇ ਟਰੈਕਟਰ ਚਾੜਤਾ, ਉਹਦੇ ਨਾਲ ਹੁਣ ਇਹਨਾਂ ਨੇ ਇਹਨੂੰ ਲਤਾੜ ਲੈਣਾ ਜਿੰਨਾ ਘੁੱਟ ਹੋ ਜਾਏ। ਇਹ ਤਾਂ ਚੂੰਕਿ ਗਿੱਲਾ ਪੱਠਾ ਹੁੰਦਾ, ਲਤਾੜਨਾ ਪੈਂਦਾ। ਤੂੜੀ ਦੀ ਧੜ ਜਿਹੜੀ ਉਹ ਵੀ ਲਤਾੜਨੀ ਪੈਂਦੀ, ਜੇ ਪੋਲੀ ਰਹਿ ਜਾਏ ਤਾਂ ਉਹ ਵੀ ਖਰਾਬ ਹੋ ਜਾਂਦੀ ਹੈ। ਤੇ ਇਸ ਤਰ੍ਹਾਂ ਉਹ ਦੇਖੋ ਟਰੈਕਟਰ ਉਹ ਚਾੜਨ ਡਿਆ ਹੈ, ਬੰਦਾ ਦੂਸਰਾ ਬਰਾਬਰ ਕਰੀ ਜਾਣ ਡਿਆ ਹੈ। ਇਹਨੂੰ ਜਿਸਲੇ ਚੰਗੀ ਤਰ੍ਹਾਂ ਘੁੱਟ ਲੈਣਾ ਤੇ ਉਸ ਵੇਲੇ ਟਰੈਕਟਰ ਦੇ ਟਾਇਰਾਂ ਨਾਲ ਹੀ ਘੁੱਟ ਹੋ ਜਾਂਦਾ, ਬੰਦੇ ਵੀ ਉੱਤੇ ਚਾੜ ਚੂੜ ਲੈਂਦੇ ਆ ਤੇ ਇਹਨੂੰ ਨੱਪ ਲੈਣਾ।
ਐਵਰੇਜ ਜਿਹੜੀ ਹੈ 80 ਮਣ ਫੀ ਏਕੜ ਦੇ ਵਿੱਚ ਦਾਣਾ ਹੁੰਦਾ ਹੈ ਮਕਈ ਦਾ। ਤੇ ਉਹ ਜਨਾਬ ਵਿੱਚੇ ਡੰਗਰ ਖਾਂਦੇ, ਕਿਉਂਕਿ ਮਾੜੀ ਆ ਮੱਕੀ, ਏਡੀ ਨਹੀਂ ਹੋਈ ਗਰਮੀ ਦੀ ਵਜ੍ਹਾ ਤੋਂ। ਤੇ ਫਿਰ ਵੀ ਐਟ ਲੀਸਟ ਇਹਦੇ ਵਿੱਚ ਕੋਈ 50-60 ਮਣ ਦਾਣਾ ਤਾਂ ਹੋਏਗਾ ਹੀ। ਇਹ ਹਜੇ ਖਲੋਤੀ ਹੈ, ਇਹਨਾਂ ਨੇ ਬਣਾ ਲਈ ਹੈ, ਬਾਕੀ ਦੀ ਕੱਲ੍ਹ ਨੂੰ ਬਣਾ ਲੈਣਗੇ। ਇਹਦਾ ਇਹ ਕਿਹਾ ਜਾਂਦਾ ਕਿ ਜਿਹੜੀ ਰੋਜ਼ ਦੀ ਰੋਜ਼ ਵੱਢਣੀ ਆ ਉਹ ਸੰਭਾਲਣੀ ਪੈਂਦੀ ਆ, ਇਹਦੇ ਤੇ ਸਵੇਰ ਨਹੀਂ ਕਰਨੀ ਪੈਂਦੀ।